So what are the problems in remembering definitions? ਹੁਣ ਪੂਰੀ ਬੁੱਕ ਸਾਡੀ ਜਿਹੜੀ ਹੈ +1 +2 ਦੀ ਡੈਫੀਨੇਸ਼ਨਸ ਨਾਲ ਭਰੀ ਹੈ। ਐਗਜ਼ਾਮ 'ਚ ਪੁੱਛੀ ਵੀ ਜਾਏਗੀ what is this, what is that, but what is the problem, why they are difficult and why we are not able to remember it? Because actually ਅਸੀਂ ਮੈਮਰੀ ਦਾ ਸਾਥ ਲੈ ਰਹੇ ਹਾਂ, ਸਾਨੂੰ ਯਾਦ ਕਿੰਨਾ ਹੈ। ਦੂਜਾ, ਅਸੀਂ ਲਿੰਕ ਨਹੀਂ ਬਣਾ ਰਹੇ, ਲਿੰਕਿੰਗ ਸਾਡੀ ਮਿਸਿੰਗ ਹੈ। ਇੱਕ ਟੌਪਿਕ ਤੋਂ ਦੂਜਾ ਟੌਪਿਕ ਕਿੱਦਾਂ ਲਿੰਕ ਹੋਣਾ ਹੈ ਇਹ ਸਾਡੇ ਕੋਲ ਮਿਸ ਹੋ ਰਿਹਾ ਹੈ। ਦੂਜਾ, ਅਸੀਂ ਰਿਹਰਸ ਨਹੀਂ ਕਰਦੇ। ਰਿਹਰਸ ਕਿਹੜਾ ਹੁੰਦਾ ਸਰ, ਕੀ ਚੀਜ਼? ਇੰਗਲਿਸ਼ ਦੀ। ਇੰਗਲਿਸ਼ ਸਾਡੀ ਵੀਕ ਹੈ। ਅਸੀਂ ਇੱਕੇ ਤਰ੍ਹਾਂ ਦਾ ਸੈਂਟੈਂਸ ਯਾਦ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਜਿਹੜਾ ਟੀਚਰ ਦੱਸੇਗਾ ਉਹੀ ਸੈਂਟੈਂਸ ਕ੍ਰੈਮ ਕਰਨ ਦੀ ਜਾਂ ਮੈਮਰੀ ਯੂਜ਼ ਕਰਨੀ ਸ਼ੁਰੂ ਕਰ ਦਿੰਦੇ ਹਾਂ। ਹੁਣ ਸਰ ਕਿਆ ਇਹਦੇ ਨਾਲ ਛੁਟਕਾਰਾ ਹੋ ਸਕਦਾ ਹੈ? ਕਿਆ ਡੈਫੀਨੇਸ਼ਨ ਇੱਦਾਂ ਹੋ ਸਕਦਾ ਹੈ ਕਿ ਡੈਫੀਨੇਸ਼ਨ ਯਾਦ ਕਰਨ 'ਚ ਆਸਾਨੀ ਹੋ ਜਾਵੇ, ਸਾਨੂੰ ਜਿਹੜਾ ਵੀ ਸਬਜੈਕਟ ਹੈ ਉਹਦੀ ਲੈਣਾ ਬੋਲੀਆਂ ਜਾਣ? ਤਾਂ ਬਿਲਕੁਲ ਹੋ ਸਕਦਾ ਹੈ, ਬਟ ਆਫਕੋਰਸ ਟਾਈਮ ਮਿਹਨਤ ਲੱਗਣੀ ਹੈ, ਉਹਦੇ ਬਗੈਰ ਨਹੀਂ ਹੋਣਾ। ਬਟ ਤੁਸੀਂ ਹੱਲ ਲੱਭ ਲਓਗੇ ਇਸੇ ਵੀਡੀਓ 'ਚ ਕਿ ਅਸੀਂ ਕਿੱਦਾਂ ਇਸ ਪ੍ਰੋਬਲਮ ਨੂੰ ਸੋਲਵ ਕਰ ਸਕਦੇ ਹਾਂ। ਪਹਿਲੇ ਤਾਂ ਥੋੜ੍ਹੀ ਜਿਹੀ ਪ੍ਰੋਬਲਮ ਦੇਖ ਲਈਏ ਕਿ ਸਾਡੇ ਦਿਮਾਗ ਨੂੰ ਕੀ ਆਉਂਦੀ ਪਈ ਹੈ। ਐਗਜ਼ਾਮਪਲ ਦੇ ਤੌਰ 'ਤੇ ਇਹ ਲੈ ਲੈਂਦੇ ਹਾਂ। ਹੁਣ ਅਸੀਂ ਕਾਪੀ ਭਰ ਲੈਂਦੇ ਹਾਂ ਜੀ, ਵਟ ਇਜ਼ ਪੀ ਕਿਊ, ਵਟ ਇਜ਼ ਫੰਡਾਮੈਂਟਲ ਪੀ ਕਿਊ, ਵਟ ਇਜ਼ ਡਰਾਈਵਡ ਪੀ ਕਿਊ। ਅੱਗੇ ਡੈਫੀਨੇਸ਼ਨ ਪੜ੍ਹੀ ਜਾਓ ਔਰ ਫਿਰ ਨੈਕਸਟ ਪੇਜ ਪਲਟ ਦੋ ਕਾਪੀ ਦਾ, ਵਟ ਇਜ਼ ਸਕੇਲਰ ਕੁਆਂਟਿਟੀ, ਵਟ ਇਜ਼ ਵੈਕਟਰ ਕੁਆਂਟਿਟੀ। ਫਿਰ ਡੈਫੀਨੇਸ਼ਨ ਪੜ੍ਹੋ ਇਹਦੀ, ਵਟ ਇਜ਼ ਡਾਇਮੈਂਸ਼ਨਲ ਫਾਰਮੂਲਾ, ਵਟ ਇਜ਼ ਡਾਇਮੈਂਸ਼ਨ। ਹੁਣ ਇਟ ਵਿਲ ਗੋ ਔਨ 2 ਸਾਲ ਤੱਕ। ਹੁਣ ਇਹ 2 ਪੇਜ ਇਕੱਠੇ ਇੱਦਾਂ ਦੇਖੋ ਨਾ, ਕੁਛ ਵੀ ਦੂਰੋਂ ਨਜ਼ਰ ਨਹੀਂ ਆ ਰਿਹਾ ਕੀ ਚੱਲ ਰਿਹਾ ਹੈ। ਇੱਥੇ ਬਹੁਤ ਚੀਜ਼ਾਂ ਮਿਸ ਹਨ। ਸਭ ਤੋਂ ਵੱਡੀ ਚੀਜ਼ ਲਿੰਕ ਮਿਸ ਹਨ। ਲਿੰਕ ਦਾ ਕਿੱਦਾਂ ਪਤਾ ਲੱਗੇਗਾ ਮਿਸ ਹਨ? ਜੇ ਮੈਂ ਇਹਨੂੰ ਪਹਿਲੇ ਲਿਖ ਦੇਵਾਂ, ਕੋਈ ਫਰਕ ਨਹੀਂ ਪਿਆ, ਸਾਡੀ ਕਾਪੀ ਸੇਮ ਹੀ ਦਿਸਦੀ ਪਈ ਹੈ। ਇਹੀ ਸਾਡੇ ਨਾਲ ਪ੍ਰੋਬਲਮ ਹੋ ਰਹੀ ਹੈ, ਬਿਕੋਜ਼ ਦੇਰ ਇਜ਼ ਨੋ ਲਿੰਕ। ਸਾਨੂੰ ਫਰਕ ਨਹੀਂ ਪੈਂਦਾ ਪਿਆ, ਵਰਡ ਅੱਗੇ ਹੋ ਜਾਏ ਪਿੱਛੇ ਹੋ ਜਾਏ, ਪਹਿਲੇ ਲਿਖ ਲਿਆ ਬਾਅਦ 'ਚ ਲਿਖ ਲਿਆ, ਲਿੰਕਸ ਆਰ ਮਿਸਿੰਗ। ਸੋ that is why it is boring to remember definitions. But what if I tell you, ਮੈਂ ਜੇ ਤੁਹਾਨੂੰ ਦੱਸਾਂ ਕਿ ਜ਼ਰੂਰਤ ਹੀ ਨਹੀਂ ਸੀਗੀ ਡੈਫੀਨੇਸ਼ਨ ਯਾਦ ਕਰਨ ਦੀ, ਰਿਹਰਸਲ ਦੀ ਜ਼ਰੂਰਤ ਸੀ ਅਤੇ ਥੋੜ੍ਹੀ ਜਿਹੀ ਡਰਾਇੰਗ ਦੀ। ਤਾਂ ਇਹ ਜਿਹੜੀ ਅਸੀਂ ਪ੍ਰੋਬਲਮ ਸੋਲਵ ਕਰਨੀ ਹੈ, ਇਹਦੇ 2 ਹਿੱਸੇ ਹਨ। ਪਹਿਲੇ ਤਾਂ ਕੰਸੈਪਟ ਪਤਾ ਹੋਣਾ ਚਾਹੀਦਾ ਹੈ, ਇਹ ਚੀਜ਼ ਹੈ ਕੀ ਹੈ, ਆਪਣੀ ਆਮ ਭਾਸ਼ਾ 'ਚ ਪਤਾ ਹੋਣੀ ਚਾਹੀਦੀ ਹੈ। ਦਿਸ ਇਜ਼ ਇੰਪੋਰਟੈਂਟ। ਕੰਸੈਪਟ ਨਹੀਂ ਪਤਾ ਹੋਏਗਾ ਤਾਂ ਬੇਟਾ ਯਾਦ ਕੀ ਕਰੋਗੇ, ਹੈ ਨਾ। ਡੈਫੀਨੇਸ਼ਨ ਨੂੰ ਰੱਟਾ ਉਹੀ ਮਾਰਦਾ ਹੈ ਜਿਹਨੂੰ ਪਤਾ ਨਹੀਂ ਲੱਗਦਾ ਪਿਆ ਹੈ ਉਹ ਬੋਲਦਾ ਕੀ ਪਿਆ ਹੈ, ਠੀਕ ਹੈ ਨਾ। ਉਹ ਕੁਝ ਵੀ ਯਾਦ ਕਰ ਲਏਗਾ, ਉਹ ਕੁਛ ਨਹੀਂ ਤਾਂ ਕੁਛ ਹੋਰ ਚੀਜ਼ ਹੈ, ਉਹਦੇ ਵਾਸਤੇ ਦੋਨੋਂ ਸੇਮ ਚੀਜ਼ਾਂ ਹਨ, ਕਿਉਂਕਿ ਉਹ ਯਾਦ ਕਰਦਾ ਪਿਆ ਹੈ, ਮੈਮੋਰਾਈਜ਼ ਕਰਦਾ ਪਿਆ ਹੈ। ਤਾਂ ਕੰਸੈਪਟ ਪਹਿਲੇ ਕਲੀਅਰ ਹੋਣਾ ਚਾਹੀਦਾ ਪੰਜਾਬੀ 'ਚ। ਦੂਜੀ ਗੱਲ, ਥੋੜ੍ਹੀ ਜਿਹੀ ਡਰਾਇੰਗ ਸਕਿੱਲ, ਥੋੜ੍ਹਾ ਜਿਹਾ ਮਜ਼ਾ ਲਵੇ ਪੜ੍ਹਾਈ ਨਾਲ, ਰਿਐਕਟ ਕਰੇ, ਸੋਚੇ, ਆਪਣੀ ਸੋਚ ਰੱਖੇ, ਕੁਛ ਇੰਡੀਪੈਂਡੈਂਟ ਇਹ ਨਹੀਂ ਕਿ ਜਿਹੜਾ ਟੀਚਰ ਨੇ ਕਿਹਾ ਉਹੀ ਅਲੱਗ ਸੋਚ ਰੱਖੇ। ਔਰ ਤੀਜੀ ਇੰਪੋਰਟੈਂਟ ਚੀਜ਼ ਜਿਹੜੀ ਅਸੀਂ ਮਿਸ ਕਰਦੇ ਹਾਂ, ਲਿੰਕ। ਯਾਨੀ ਕਿ ਹਮੇਸ਼ਾ ਕਰਨਾ ਇਹ ਕਿੱਥੋਂ ਆ ਗਿਆ, ਹੁਣ ਇਹਦੇ ਬਾਅਦ ਇਹ ਕਿਉਂ ਆਇਆ। ਕੋਈ ਵੀ ਚੀਜ਼ ਪੜ੍ਹ ਰਹੇ ਹਾਂ ਉਹ ਕਿਉਂ ਹੋ ਰਹੀ ਹੈ। ਦੇਖੋ ਪਹਿਲੇ ਡਿਸਟੈਂਸ ਦੱਸਿਆ, ਅੱਛਾ, ਫਿਰ ਵੈਲੋਸਿਟੀ ਦੱਸਦੀ, ਫਿਰ ਐਕਸਲੇਸ਼ਨ ਦੱਸਦੀ, ਰਿਲੇਸ਼ਨ ਨਜ਼ਰ ਆ ਰਿਹਾ। ਇਸ ਹਿਸਾਬ ਨਾਲ ਸੋਚਣਾ ਸ਼ੁਰੂ ਕਰ ਦੇਣਾ ਹੈ। ਜੇ ਅਸੀਂ ਇੱਦਾਂ ਕਰ ਲਿਆ ਫਿਰ ਸਾਨੂੰ ਚੀਜ਼ਾਂ ਅਲੱਗ ਨਹੀਂ ਲੱਗਣੀਆਂ, ਇੱਦਾਂ ਲੱਗਣਾ ਇਹ ਤਾਂ ਰਿਵੀਜ਼ਨ ਹੀ ਚੱਲ ਰਹੀ ਹੈ, ਕਿਉਂਕਿ ਵੈਲੋਸਿਟੀ ਡਿਸਟੈਂਸ ਬਾਏ ਟਾਈਮ ਹੀ ਤਾਂ ਹੈ, ਉਹ ਡਿਸਟੈਂਸ ਤਾਂ ਕੀਤਾ ਹੈ ਸਰ। ਇਸ ਹਿਸਾਬ ਨਾਲ ਸਾਡਾ ਦਿਮਾਗ ਚੱਲਣ ਲੱਗ ਪਏਗਾ। ਹੁਣ ਜਿਹੜੇ 2 ਪੇਜ ਸੀਗੇ ਇਹਨਾਂ ਨੂੰ ਜੇ ਮੈਂ ਯਾਦ ਕਰਨਾ ਹੁੰਦਾ, ਹੁਣ ਐਗਜ਼ਾਮ 'ਚ ਲਿਖਣਾ ਹੈ ਡੈਫੀਨੇਸ਼ਨ, ਹੈ ਨਾ, ਤਾਂ ਉਹਦੇ ਵਾਸਤੇ ਥੋੜ੍ਹੀ ਜਿਹੀ ਡਰਾਇੰਗ ਕਰਨੀ ਹੈ। ਇਹ ਜਿਹੜੇ ਵੀ ਵਰਡ ਹਨ, ਜਿਵੇਂ ਫਿਜ਼ੀਕਲ ਕੁਆਂਟਿਟੀ, ਸਕੇਲਰ ਕੁਆਂਟਿਟੀ ਔਰ ਵੈਕਟਰ ਕੁਆਂਟਿਟੀ, ਡਰਾਈਵਡ, ਡਾਇਮੈਂਸ਼ਨ, ਡਾਇਮੈਂਸ਼ਨਲ ਫਾਰਮੂਲਾ, ਇਹਨੂੰ ਅਸੀਂ ਕਹਿੰਦੇ ਹਾਂ ਕੀਵਰਡਸ। ਜਿਹੜਾ ਚਾਬੀ ਹੈ ਨਾ, ਚਾਬੀ, ਕੀਵਰਡਸ ਮੇਨ ਇੰਪੋਰਟੈਂਟ ਹਨ। ਹਰ ਇੱਕ ਚੀਜ਼ ਕੌਨਸੈਪਟ ਹੀ ਹੈ। ਤਾਂ ਫਿਜ਼ੀਕਲ ਕੁਆਂਟਿਟੀ ਦਾ ਪਹਿਲੇ ਕੌਨਸੈਪਟ ਪਤਾ ਹੋਣਾ ਚਾਹੀਦਾ ਹੈ। ਹੁਣ ਅਸੀਂ ਵੀਡੀਓ ਦੇਖ ਲਏ ਹਨ, ਮੈਂ ਐਜ਼ਿਊਮ ਕਰ ਰਿਹਾ ਕਿ ਤੁਹਾਨੂੰ ਪਤਾ ਹੈ। ਤਾਂ ਵਾਟ ਇਜ਼ ਅ ਫਿਜ਼ੀਕਲ ਕੁਆਂਟਿਟੀ? ਉਹ ਕੁਆਂਟਿਟੀ ਜਿਹਨੂੰ ਮੈਜਰ ਕਰ ਸਕਦੇ ਹਾਂ, ਠੀਕ ਹੈ। ਮੈਜਰ ਕਰ ਸਕਦੇ ਹਾਂ ਅਕਸਰ, ਹੋਰ ਕੋਈ ਵਰਡ ਕਾਊਂਟ ਕਰ ਸਕਦੇ ਹਾਂ। ਇੱਦਾਂ ਸੋਚਣਾ ਸ਼ੁਰੂ ਕਰ ਦੇਣਾ ਹੈ। ਇਹ ਕੀ ਹੋ ਰਿਹਾ ਹੈ, ਪੰਜਾਬੀ 'ਚ ਹੀ ਕਲੀਅਰ ਹੋ ਰਹੀਆਂ ਚੀਜ਼ਾਂ ਸਰ। ਜਿਵੇਂ ਦਾ ਹਮੇਸ਼ਾ ਆਨਸਰ ਸਾਡੇ ਕੋਲ ਹੋਣਾ ਚਾਹੀਦਾ, ਜਿੱਦਾਂ ਇਹ ਹੈ ਨਾ। ਜਿਵੇਂ ਮੈਂ ਕਹਾਂ ਤੁਹਾਡੇ ਮੋਬਾਈਲ ਦਾ ਮੈਂ ਦੱਸਾਂ ਇੱਕ ਫਿਜ਼ੀਕਲ ਕੁਆਂਟਿਟੀ, ਮੈਂ ਤੁਸੀਂ ਕਹੋਗੇ ਦੱਸੋ, ਤੁਹਾਡੀ 11 ਇੰਚ ਦੀ ਸਕਰੀਨ ਹੈ, 5 ਇੰਚ ਦੀ ਸਕਰੀਨ ਹੈ, 6.5 ਇੰਚ ਦੀ, ਮੈਂ ਕੀ ਦੱਸਦਾ ਪਿਆ ਹਾਂ? ਡਿਸਟੈਂਸ, ਲੈਂਥ। ਇਹ ਕਿਆ ਹੈ ਕਿ ਫਿਜ਼ੀਕਲ ਕੁਆਂਟਿਟੀ ਜਾਂ ਪ੍ਰੋਪਰਟੀ ਹੈ, ਠੀਕ ਹੈ। ਹੁਣ ਇੱਦਾਂ ਦਾ ਵਿਚਾਰ ਕਰਕੇ, ਕਨਸੈਪਟ ਦੇਖ ਕੇ, ਵੀਡੀਓ ਦੇਖ ਕੇ ਫਿਜ਼ੀਕਲ ਕੁਆਂਟਿਟੀ ਇੱਥੇ ਲਿਖ ਲੈਣਾ ਹੈ ਸ਼ਾਰਟ 'ਚ, ਦਿਸ ਇਜ਼ ਪੀ ਕਿਊ ਐਂਡ ਆਈ ਵਾਂਟ ਟੂ ਐਕਸਪਲੇਨ ਦਿਸ।
ਨਾਓ ਵਾਟ ਇਜ਼ ਮਾਈ ਆਂਸਰ? ਕੀ ਕਰ ਸਕਦੇ ਹਾਂ? ਕਾਊਂਟ ਜਾਂ ਕਾਊਂਟੇਬਲ ਪ੍ਰੋਪਰਟੀ। ਜਿਸ ਪ੍ਰੋਪਰਟੀ ਨੂੰ ਕਾਊਂਟ ਕਰ ਸਕੀਏ। ਹੁਣ ਸਰ ਕਾਊਂਟੇਬਲ ਵਰਡ ਫਸ ਗਿਆ, ਜਿਹੜੇ ਬੱਚੇ ਇੰਗਲਿਸ਼ 'ਚ ਵੀਕ ਹਨ ਉਹਨੂੰ ਲੱਗੇਗਾ ਪਤਾ ਨਹੀਂ ਕਾਊਂਟੇਬਲ ਕੀ ਹੋ ਗਿਆ, ਤਾਂ ਇਹਨੂੰ ਮੈਂ ਹੋਰ ਸਿੰਪਲ ਕਰਾਂਗਾ, ਇਹਨੂੰ ਲਿਖਾਂਗਾ ਪ੍ਰੋਪਰਟੀਜ਼ ਵਿਚ I can count। क्या लेंथ दे सकता है? हाँ जी सर, फिजिकल क्वांटिटी है। अच्छा ब्रेथ दे सकता है? हाँ सर वो भी देख सकता हाँ। थिकनेस दे सकता है मोबाइल की? हाँ जी सर वो भी मैजर कर सकता हाँ, काउंट कर सकता हाँ। ये पी की होएगी है ना। हुण मोबाइल तेरा वधिया है कि नहीं, ਇਹਦਾ आंसर नहीं होना, दैट विल नॉट बी अ पी क्यू, देयर इज अ डिफरेंस। तो ये चीज़ की हो गई? डेफिनेशन हो गई। ਹੁਣ ਇਹ ਕਿੰਨਾ ਲਿਖਣਾ ਹੈ, ਕੀ ਲਿਖਣਾ ਚਾਹੀਦਾ ਹੈ? ਹੁਣ ਮੈਂ ਜੇ ਬਣਾਉਣਾ ਹੁੰਦਾ ਮੈਂ ਲਿਖਦਾ ਕਾਊਂਟੇਬਲ ਪ੍ਰੋਪਰਟੀਜ਼, ਖਤਮ ਕਰ ਦਿੰਦਾ। ਬਟ ਤੁਸੀਂ ਜਿੰਨਾ ਲਿਖੋਗੇ ਉਨਾ ਵਧੀਆ। ਆਪਣੇ ਹਿਸਾਬ ਨਾਲ ਡੈਫੀਨੇਸ਼ਨ ਜਦੋਂ ਤੱਕ ਨਹੀਂ ਬਣਾਓਗੇ, ਜਦੋਂ ਤੱਕ ਮੈਮਰੀ ਦੀ ਤੁਹਾਨੂੰ ਲੋਡ ਪੈਣੀ ਹੈ। ਜਦੋਂ ਤੁਸੀਂ ਆਪਣੇ ਭਾਵ ਜਿਹੜਾ ਤੁਸੀਂ ਕਹਿਣਾ ਚਾਹੁੰਦੇ ਹੋ ਪੰਜਾਬੀ 'ਚ ਉਹਨੂੰ ਇੰਗਲਿਸ਼ 'ਚ ਲਿਖਣ ਦੀ ਟਰਾਈ ਕੀਤੀ ਤਾਂ ਫਿਰ ਯਾਦ ਰੱਟਾ ਕੁਛ ਨਹੀਂ ਚਾਹੀਦਾ, ਫਿਰ ਤਾਂ ਪਿਕਚਰ ਯਾਦ ਆਣੀ ਹੈ। ਠੀਕ ਹੈ। ਹੁਣ ਵਾਟ ਵਿਲ ਬੀ ਦ ਨੋਨ ਪੀ ਕਿਊ? ਕਿੱਦਾਂ ਦੱਸਾਂ? ਦੇਖੋ ਡਰਾਇੰਗ ਕਰਨੀ ਥੋੜ੍ਹੀ ਜਿਹੀ। ये पी क्यू हो गई ना, पी क्यू ए ਹਨ, ਇੱਥੇ ਥੱਲੇ ਜਾ ਰਹੇ ਹੋ क्रॉस, मतलब ए पी क्यू नहीं होएगा। की होएगा? स्माइल कर रहे हो, उदास कर रहे हो, ड्राइंग है ना। किन्ने उदास हो कोई नहीं दस सकता, पी क्यू नहीं है। किन्ने खुश हो नहीं दस सकता, मैं ਉਹਨੂੰ ਕਾਊਂਟ नहीं कर सकता, ਤਾਂ ਕਰਕੇ ਉਹਨੂੰ ਨੌਨ ਪੀ ਕਿਊ ਕਹਿ ਰਹੇ ਹਾਂ। क्या डेफिनेशन लिखने की ज़रूरत है? नहीं, ਇਹਦਾ क्रॉस ही तो करना है ना। यानी कि जिथे मैं कैन लाया है उत्थे कैन नॉट ला लेना सी बेटा। क्यों डेफिनेशन याद करिए बार बार? नॉन पी क्यू की होएगा? लगे हम दोबारा याद करन। ओ दोज प्रॉपर्टीज विच आई कैन नॉट काउंट, खत्म हो गई गल ना। ਇਹ ਥੋੜਾ ਜਿਹਾ ਵਿਚਾਰ ਕਰਨਾ ਪੈਂਦਾ ਹੈ, ਬਹਿਣਾ ਪੈਂਦਾ ਹੈ, ਡੈਫੀਨੇਸ਼ਨਾਂ ਬਣਾਉਣੀਆਂ ਪੈਂਦੀਆਂ ਹਨ, ਜਿਹਦੇ ਕਾਰਨ ਇੱਕ ਫਾਇਦਾ ਤੁਹਾਨੂੰ ਜ਼ਰੂਰ ਹੋਣਾ, ਇੰਗਲਿਸ਼ ਤੁਹਾਡੀ ਇੰਪਰੂਵ ਹੋਏਗੀ। ਦੂਜੀ ਚੀਜ਼, ਕਨਸੈਪਟ ਹੋਰ ਵਧੀਆ ਤਰੀਕੇ ਨਾਲ ਦਿਮਾਗ 'ਚ ਬੈਠੇਗਾ, डिफरेंस नहीं रहेगा, क्लैरिटी रहेगी, साफ साफ चीज़ां रहणगियां। क्योंकि असी जो डेफिनेशन ना करिए बेटा फिर पजल होने चांस होंगे हैं। असी एक चीज़ नूं बिल्कुल क्लीयरली दस दईए, वही डेफिनेशन है कि डिफाइन कर दो है की ते क्या नहीं है, बिल्कुल क्लियर साफ साफ नज़र आए। तो इस हिसाब नाल असी देखो पी क्यू कीता है। ठीक है। हुण मैं ये अपने हिसाब नाल करना है, एवरी स्टूडेंट विल क्रिएट इट्स ओन। वो पी क्यू लिख सकता है, इत्थे लिख दे काउंटेबल, अगे पी पी टी पा दे, बस छोटा जिहा वर्ड, प्रॉपर्टी का शॉर्ट, वो कुछ भी कर सकता है। जदों तक ये दिमाग नहीं लाया ना, हुण सर तुसीं कहो कि पीपीटी लाण, बेटा तू करेगा ना तैनूं पता होएगा तू की करदा पिया, तेरा दिमाग या रिएक्शन ये होएगा जिहदे करके तैनूं याद रहेगा। नहीं तो उही रट्टा मारांगे, वो 2 पेज देख लो किन्ने बोर लगते हैं देखने वास्ते, वो देखने हैं कि आपे बनाना है। सो दिस इज़ द आर्ट ऑफ लर्निंग डेफिनेशंस। यही लाइन याद आनी चाहिए सी, ये चित्र याद आना चाहिए। वट इज़ अ पी क्यू? इट इज़ अ काउंटेबल प्रॉपर्टी विच आई कैन काउंट। हुण सैकेंड चीज़, जे ये सिंपल जी गल होंदी है ना पी क्यू एंड नॉन पी क्यू दी, है ना, तो मैं इत्थे की कर सकदा हाँ, रिहर्सल कर सकदा हाँ, जिहड़ा असीं नहीं करदे। जिहड़ा तुसीं रटे नूं टाइम लगा रहे हो, बार बार याद करन लगदे हो, उस तरह इस चीज़ नूं डिफरेंट डिफरेंट तरीके नाल बोलना शुरू कर दो। क्योंकि यही चीज़ नूं मैं काउंटेबल प्रॉपर्टी होर कुछ कह सकदा हाँ, है ना। काउंटेबल वास्ते कुछ होर वर्ड ला सकदा हाँ, प्रॉपर्टीज़ विच आई कैन काउंट कहता ना, सिंपल होगी ना रिहर्सल, यानी कि डिफरेंट तरीके नाल मैं बोल सकां इंग्लिश च। इंग्लिश का थोड़ा जिहा फैलाव बदना है, असी डिफरेंट चीज़ां डिफरेंट तरीके नाल इंग्लिश नूं बोल सकांगे, डेफिनेशंस बोल सकांगे। तो इस हिसाब नाल रिहर्सल इज़ वेरी इंपॉर्टेंट। हमेशा फ़ायदा की रहेगा, हुण तुसीं कन्फ्यूज़ नहीं हो गए क्योंकि सामने सच्चाई है। हुण इस नूं किद्दां एक्सप्लेन करदे हो, इस चीज़ नूं किद्दां बोलदे हो इंग्लिश च, वो चेंज करी जावांगे, जिहड़ा कंफर्टेबल लगेगा वो एग्जाम च लिख दांगे। नाउ लेट अस गो टू नैक्सट पार्ट। हुण मैं पहले गल कर ली कि डेफिनेशन एक सिंपल जी होता इदा, एक छोटा जिहा चित्र बना के एग्जाम्पल दे के नाल फोटो बना के असी माइंड मैप जिहा बना सकते हाँ। नाउ द इंपॉर्टेंट पार्ट वाज लिंकिंग। जैसे असी गल की है, देखो वैक्टर क्वांटिटीज़, स्केलर क्वांटिटीज़, ड्राइव क्वांटिटीज़, फंडामेंटल क्वांटिटीज़, है ना। सारे च बार बार की रिपीट हो रहा है पी क्यू, विच पी क्यू इज़ दैट, विच पी क्यू इज़ लाइक दैट, ये की हो रहा है? मेन कॉमन लिंक क्या है? पी क्यू, जिहड़ा असी डेफिनेशन कर चुके हैं। दिस इज़ डन।
ਨਾਓ PQs ਨੂੰ ਫਿਜ਼ੀਕਲ ਕੁਆਂਟੀਟੀਜ਼ ਜਾਂ ਪ੍ਰੋਪਰਟੀ ਜਿਹੜੀ ਮੈਂ ਕਾਊਂਟ ਕਰ ਸਕਦਾ ਹਾਂ, ਉਹਨਾਂ ਦੀ ਦੋ ਕੈਟਾਗਰੀ ਮੇਨ ਅਸੀਂ ਸਿੱਖੀਆਂ ਹਨ। ਪਹਿਲੀ ਕੈਟਾਗਰੀ 'ਚ ਕਰ ਸਕਦੇ ਹਾਂ, ਇਹ ਦੋ ਅਲੱਗ-ਅਲੱਗ ਕੈਟਾਗਰੀਆਂ ਹਨ, ਦੋ ਕੈਟਾਗਰੀਆਂ। ਪਹਿਲੀ ਕੈਟਾਗਰੀ ਜਿਹੜੀ ਹੈ ਉਹਦੇ 'ਚ ਅਸੀਂ ਵੈਕਟਰ ਕਹਿ ਦਾਂਗੇ ਜਾਂ ਸਕੇਲਰ ਕਹਿ ਦਾਂਗੇ। ਹੋ ਗਈ ਨਾ ਵੰਡ, ਹੋ ਗਈ ਨਾ टाइप, हो गई ना, है ना। तो वेक्टर क्या है, ए टाइप ऑफ फिजिकल क्वांटिटी। देखो पिछला रास्ता सानू दिखना चाहिए है, लिंक दिसना चाहिए। व्हाट इज ए स्केलर, इट इज़ ए फिजिकल क्वांटिटी। नज़र आ रहा है ना पहला सेंटेंस डेफिनेशन का, तो फिर रट्टा नहीं लगेगा, है ना। हुण इहदा कॉन्सैप्ट क्लीयर होना चाहिए। व्हाट इज़ ए स्केलर क्वांटिटी, इत्थे मैं लिख देना है ओनली वैल्यू। वैक्टर के थल्ले के लिख देना है वैल्यू प्लस या मैगनीट्यूड कर दें, कह देंगे इनू प्लस डायरैक्शन, है ना। बाकी ब्यूटिफिकेशन कर सकते हैं, दायरो बना सकते हैं, वैक्टर ही होंदा जी, डायरैक्शन भी होंदी है। हुण इत्थे एग्जाम्पल भी जिहड़ा असीं सोचा वो भी पा सकते हैं। हुण उसदे बाद इत्थे आ जाओ कैटेगरी 2, इत्थे फंडामेंटल, दूजी की होंदी है डराइव्ड, है ना। दो तरह नाल वंड कर सकते हैं। एक कैटेगरी है जिहदे च देखा जाता है कि वैल्यू ही है सिर्फ, तो असीं कहांगे स्केलर। दूजा कहते हैं कि वैल्यू के नाल डायरैक्शन भी है, तो उन्होंने उस चीज़ को कह देंगे वैक्टर। किस चीज़ को उपर देखो सर, PQ नू, प्रॉपर्टी नू, ठीक है। हुण कैटेगरी 2 जिहड़ी है उहदे च कह रहे हैं फंडामेंटल एंड ड्राइव, ठीक है। इत्थे की हो जाएगा, फंडामेंटल PQs की हैगियां, फंडामेंटल PQs आर PQs विच डू नॉट नीड एनी अदर, क्या, एनी अदर फंडामेंटल फिजिकल क्वांटिटी टू एक्सप्रैस दैमसेल्व्स, है ना। हुण ये थोड़ा जिहा वड्डी जी लाइन लग रही है, इनू किदां सीधा करिए सर, ये तो याद ही नहीं आना उस टाइम। तो असी की करना है, लेंथ होंदी है फंडामेंटल क्वांटिटी एक, ठीक है। हुण इत्थे असी की करना है, इदां एरो पा देने हैं। ये ड्राइंग थोड़ा जिहा सोचना, बैठना, रिएक्ट करना, इनू मास नहीं चाहिए है, इनू टाइम नहीं चाहिए है। कभी तुसी पुछया, मैं तुहानू पुछां कि यार ये दसी ये मोबाइल कितना लम्मा है, तुसी कहो नहीं टाइम कितना होया, उस हिसाब नाल दस, मैंने टाइम की जरूरत है। इस तरह कॉन्सैप्ट नाल खेलना है, क्लैरिटी पानी है। हुण इनू पढ़ देना है, वट आर फंडामेंटल फिजिकल क्वांटिटीज़। देखो मेरा कितना दिमाग चल रहा है। इट इज़ अ फिजिकल क्वांटिटी, कैटेगरी मतलब टाइप, इट इज़ अ टाइप ऑफ फिजिकल क्वांटिटी विच डू नॉट नीड, इत्थे मैनू जो वर्ड याद नहीं आया तो मैं की कर देना है डू नॉट नीड, लिख देना है। क्या अदर, एक ही है अदर, एम की सीगा सर, ये भी फिजिकल क्वांटिटी है एक, इनू नहीं जरूरत किसी की, क्रॉस लाया होया है। ये टी सर, वट इज़ दिस टेलिंग, टाइम की भी जरूरत नहीं है। लेंथ जो फिजिकल क्वांटिटी है, इनू होर किसी की जरूरत नहीं पैंदी लिखण दे वक्त। वी कैन राइट फंडामेंटल फिजिकल क्वांटिटीज़ विदाउट द हैल्प ऑफ एनी अदर फिजिकल क्वांटिटी। ये जिहड़ा मैं कीता है बार बार बोलना, यही साडा मिसिंग है, जिन्हों असी कहते हैं रिहर्स। बार बार बोलना है, सुनना है, तो अपने आप तो इंग्लिश जी है बिल्कुल साफ हो जाएगी। फिर डेफिनेशन कुछ नहीं है, फिर तो तुसी एग्जाम च बोलोगे इदा लगेगा कोई पीछे बोल रहा है, तुसी तो उतार रहे हो बस, क्योंकि तुसी इत्थे ज़्यादा दिमाग लगा लिया, रटना नहीं हैगा। चलो जे सर ड्राइव्ड की फिर गल की करा, है ना, लाया एल स्क्वेयर, इनू की जरूरत पई एल दी और एल दी, ਇਹਦੀ भी जरूरत, इतने क्रॉस नहीं लगे, और एल दी, है ना। तो ये किधर हैं, एरिया है ना, लेंथ का स्क्वेयर। ये की है डराइव्ड फिजिकल क्वांटिटी इज ए टाइप ऑफ फिजिकल क्वांटिटी विच नीड अदर फिजिकल क्वांटिटी टू एक्सप्रैस दैमसेल्व्स। हुण की चीज़ वर्ड याद नहीं आ रहा सर, एक्सप्रैस, तो इत्थे बेटा लिखना है, असीं एक ब्रैकेट जिदा एक्सप्रैस पा देना। ये साडे नोट्स हैं, ये साडा दिमाग है यार, बोलना नहीं आता। एक्सप्रैस की जगह इन टर्म्स ऑफ किदा बोलेगा, ये रिहर्सल ना ला लांगे कि वर्ड फसदा पिया है, ये नहीं आता पिया है, नहीं तो दूजा तरीका वही है रट्टे मारो। तो इस हिसाब नाल साडी इंग्लिश भी इंप्रूव होएगी एंड अंडरस्टैंडिंग ऑफ कॉन्सैप्ट भी बैटर होता जाएगा। एंड द बेस्ट थिंग, अगली बार खोलोगे नवी चीज़ नहीं दिखेगी, वही पेज होएगा, वही एग्जाम्पल होएगा, उस तरीके की वंड होएगी, उस तरह की लिंकिंग होएगी। सबसे इंपॉर्टेंट इत्थे चीज़ की सी, इफ़ यू अंडरस्टैंड ये जिहड़ा कैटेगरी च विभाजन किया कि कुछ नहीं है, वैक्टर स्केलर की है, एक तरह नाल चीज़ां नूं फिजिकल क्वांटिटीज़ नूं कैटेगरी करन दा तरीका है, टाइप्स करन दा तरीका है। वट इज़ फंडामेंटल एंड ड्राइव, ये भी अलग तरीका है। ये की देखते हैं, ये देखते हैं दूजे की जरूरत है कि नहीं है, उस हिसाब नाल इत्थे देखते हैं डायरैक्शन है कि नहीं है।
ਇਹ ਹੈ ਰਿਹਰਸਲ। ਫਿਰ ਕਨਸੈਪਟ ਇੱਥੇ ਹੀ ਇਸੇ ਪੇਜ 'ਚ ਤੁਸੀਂ ਥੋੜ੍ਹਾ ਜਿਹਾ ਟਾਈਮ ਲਗਾਓਗੇ, ਇਹ ਕਦੇ ਵੀ ਨਹੀਂ ਭੁੱਲਣਾ। ਭੁਲਾਉਣ ਦੀ ਕੋਸ਼ਿਸ਼ ਕਰੋਗੇ ਫਿਰ ਨਹੀਂ ਜਾਏਗਾ ਦਿਮਾਗ 'ਚ, ਬਸ਼ਰਤੇ ਬੇਟਾ ਆਪਣਾ ਦਿਮਾਗ ਲਗਾਇਆ ਹੋਏ। ਇਹ ਨਹੀਂ ਕਿ ਹੁਣ ਦੇਖੋ ਜਿੱਦਾਂ ਮੈਂ ਇਹ ਬਣਾਇਆ ਤੁਸੀਂ ਵੀ ਇਦਾਂ ਹੀ ਬਣਾ ਲਿਆ, ਫਿਰ ਬੇਟਾ ਉਹ ਤਾਂ ਪਰਪਸ ਹੀ ਖਤਮ ਹੋ ਗਿਆ। अपना दिमाग लगा के एक स्टैप बाय स्टैप चलना है, लिंकिंग क्रिएट करनी है, रिहर्सल करनी है बार बार, जिहदे करके इंग्लिश साडी फसे ना। फिर तुसी देखो कुछ मुश्किल तुहानूं नहीं आएगी जदों तुसी डेफिनेशन बोलोगे।